ਪੂਰੀ ਦੁਨੀਆ ਵਿੱਚ ਹਵਾਈ ਮੁਸਾਫਰਾਂ ਲਈ ਪਿਛਲਾ ਵੀਕਐਂਡ ਮੁਸ਼ਕਲਾਂ ਭਰਾ ਰਿਹਾ ਹੈ ਅਤੇ ਇਹ ਗੱਲ ਕਿਸੇ ਤੋਂ ਵੀ ਲੁਕੀ ਨਹੀਂ ਹੈ। ਹੁਣ ਇਸ ਬਾਰੇ ਸਟੀਕ ਜਾਣਕਾਰੀ ਸਾਹਮਣੇ ਆਈ ਹੈ। ਕੈਨੇਡੀਅਨ 에ਅਰਲਾਈਨਸ ਅਤੇ ਹਵਾਈ ਅੱਡਿਆਂ ਨੇ ਸਭ ਤੋਂ ਮਾੜੀ ਕਾਰਗੁਜ਼ਾਰੀ ਵੀ ਦਿਖਾਈ ਸੀ। ਵੀਕਐਂਡ ਨੂੰ 에ਅਰ ਕੈਨੇਡਾ ਦੀਆਂ 67% ਦੀ ਫਲਾਈਟਸ ਦੇਰ ਨਾਲ ਪੁੱਜੀਆਂ, ਜਦਕਿ ਵੈਸਟ ਜੈਟ 55% ਦੀ ਉਡਾਨਾਂ ਨਾਲ ਤੀਜੇ ਸਥਾਨ ਤੇ ਰਹੀ ਹੈ। ਹਵਾਈ ਅੱਡਿਆਂ ਦੇ ਮਾਮਲੇ ਵਿੱਚ ਟੋਰਾਂਟੋ ਦੇ ਪੀਅਰਸਨ ਕੌਮਾਂਤਰੀ ਹਵਾਈ ਅੱਡੇ ਤੋਂ 53% ਦੀ ਫਲਾਈਟਸ ਦੇਰੀ ਨਾਲ ਰਵਾਨਾ ਹੋਈਆਂ। ਫਲਾਈਟ ਅਵੇਅਰ ਦੇ ਆંકੜਿਆਂ ਦੇ ਮੁਤਾਬਕ ਮੌਂਟਰੀਅਲ ਹਵਾਈ ਅੱਡੇ ਤੋਂ 43% ਦੀ ਫਲਾਈਟਸ ਦੇਰੀ ਨਾਲ ਰਵਾਨਾ ਹੋਈਆਂ ਅਤੇ ਇਹੀ ਹਾਲ ਲੰਡਨ ਦੇ ਹੀਥਰੋ ਹਵਾਈ ਅੱਡੇ ਦਾ ਵੀ ਰਿਹਾ। ਕੈਨੇਡਾ ਦੇ ਹਵਾਈ ਅੱਡਿਆਂ ਤੇ ਮੁਸਾਫਰਾਂ ਦੀ ਗਿਣਤੀ 2019 ਦੇ ਪੱਧਰ ਤੱਕ ਪਹੁੰਚ ਚੁੱਕੀ ਹੈ, ਪਰ 에ਅਰਲਾਈਨਸ ਅਤੇ ਹਵਾਈ ਅੱਡਾ ਪ੍ਰਬੰਧਕ ਉਲਝਦੇ ਨਜ਼ਰ ਆ ਰਹੇ ਨੇ। ਕੈਨੇਡਾ ਨੇ ਸਭ ਤੋਂ ਵੱਧ ਖੱਜਲ ਖੁਆਰ ਕੀਤਾ ਹੋਇਆ ਹਵਾਈ ਮੁਸਾਫਰਾਂ ਨੂੰ ਅਤੇ ਇਸ ਦੇ ਬਾਰੇ ਟਰਾਂਸਪੋਰਟ ਮੰਤਰੀ ਓਮਲ ਗਾਬਰਾ ਨੇ ਵੀ ਟਵੀਟ ਕਰਕੇ ਸਫਾਈ ਦਿੱਤੀ ਹੈ। ਹਵਾਈ ਅੱਡਿਆਂ ਤੇ ਲਗਾਤਾਰ ਹੋ ਰਹੀ ਦੇਰੀ ਦੇ ਚਲਦਿਆਂ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਓਮਲ ਗਾਬਰਾ ਨੇ ਇਸ ਨੂੰ ਅਸਵੀਕਾਰਯੋਗ ਦੱਸਿਆ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਸਥਿਤੀ ਨੂੰ ਹੱਲ ਕਰਨ ਲਈ 에ਅਰਲਾਈਨਸ, ਹਵਾਈ ਅੱਡਿਆਂ ਅਤੇ ਹੋਰ ਭਾਈਵਾਲਾਂ ਨਾਲ ਕੰਮ ਕਰ ਰਹੇ ਹਾਂ। ਉਹਨਾਂ ਨੇ ਟਵੀਟ ਕਰਕੇ ਇਹ ਵੀ ਦੱਸਿਆ ਕਿ 1200 ਨਵੇਂ ਸਟਾਫ ਨੂੰ ਹਾਇਰ ਵੀ ਕੀਤਾ ਜਾ ਚੁੱਕਿਆ। After 2 difficult years of the pandemic, Canadians and people around the world are ready to travel this summer, and this is great news for our tourism and our economy. But this is creating a significant impact on wait times for travelers at airport. I want you to know that your government is working hard with our partners to rectify this global phenomena here in Canada. On travaille avec nos partenaires. Since April, over 1,000 CATSA screening officers have been hired across the country. CBSA is also maximizing officer availability, and we are adding more kiosks at Toronto Pearson Customs Hall areas. We've also suspended mandatory random COVID-19 testing, and we will be moving that outside airports. We are making improvements to ArriveCAN so it is faster and easier for travelers to use. For example, starting this week, travelers arriving at Pearson or Vancouver airports are now able to save time by submitting their customs and immigration declaration in advance of arrival. Transport Canada, BHAC, CBSA, CATSA, NAV Canada, and airports and airlines continue to meet regularly to find solutions to address bottlenecks affecting travel, including luggage. Because we know we still have a lot of work to do. ਐਵੀਏਸ਼ਨ ਖੇਤਰ ਦੀ ਵਿਸ਼ਲੇਸ਼ਕ ਹੈਲਨ ਬੇਕਰ ਨੇ ਕਿਹਾ ਕਿ ਤਕਰੀਬਨ ਹਰ 에ਅਰਲਾਈਨ ਆਪਣੇ ਮੁਲਾਜ਼ਮਾਂ ਨੂੰ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਹੋਣ ਜਾਂ ਫਿਰ ਛੁੱਟੀਆਂ ਤੇ ਜਾਣ ਲਈ ਮਜਬੂਰ ਕਰ ਦਿੰਦੀ ਹੈ। ਅਜਿਹੇ ਵਿੱਚ ਸੇਵਾ ਮੁਕਤੀ ਲੈਣ ਵਾਲੇ ਮੁਲਾਜ਼ਮ ਕਦੇ ਵਾਪਸ ਨਹੀਂ ਆਉਂਦੇ ਅਤੇ ਉਹਨਾਂ ਦੀ ਕਮੀ ਪੂਰੀ ਕਰਨੀ ਮੁਸ਼ਕਲ ਹੋ ਜਾਂਦੀ ਹੈ। ਦੂਜੇ ਪਾਸੇ ਕੁਝ ਪਾਇਲਟਸ ਨੇ ਆਪਣੇ ਲਾਇਸੈਂਸ ਵੀ ਰੀਨਿਊ ਨਹੀਂ ਕਰਵਾਏ, ਜਦਕਿ ਗਰਾਊਂਡ ਕਰੂ ਦੀ ਸਮੱਸਿਆ ਪਹਿਲਾਂ ਹੀ ਹੱਲ ਨਹੀਂ ਹੋ ਰਹੀ। ਮੁਲਾਜ਼ਮ ਯੂਨੀਅਨ ਦਾ ਕਹਿਣਾ ਹੈ ਕਿ ਘੱਟ ਤਨਖਾਹ ਅਤੇ ਕੰਮ ਦੇ ਤਣਾਅਪੂਰਨ ਹਾਲਾਤ ਕਾਰਨ ਕੁਝ ਲੋਕ ਇਸ ਪਾਸੇ ਜਾਣਾ ਵੀ ਨਹੀਂ ਚਾਹੁੰਦੇ। ਉਧਰ ਸਰਕਾਰੀ ਏਜੰਸੀਆਂ ਸੁਰੱਖਿਆ ਅਤੇ ਕਸਟਮ ਅਧਿਕਾਰੀਆਂ ਦੀ ਭਰਤੀ ਕਰ ਰਹੀਆਂ ਨੇ। ਫੈਡਰਲ ਟਰਾਂਸਪੋਰਟ ਮਹਿਕਮੇ ਮੁਤਾਬਕ ਅਪ੍ਰੈਲ ਵਿੱਚ 1000 ਤੋਂ ਵੱਧ ਨਵੇਂ ਸਕਰੀਨਿੰਗ ਅਫਸਰ ਤੈਨਾਤ ਕੀਤੇ ਗਏ, ਪਰ ਸਭਨਾਂ ਨੂੰ ਸਕੈਨਰਾਂ ਤੇ ਕੰਮ ਕਰਨ ਦੀ ਹਰੀ ਝੰਡੀ ਨਹੀਂ ਦਿੱਤੀ ਜਾ ਸਕੀ। ਹੈਲਨ ਬੇਕਰ ਨੇ ਦੱਸਿਆ ਕਿ ਕਈ 에ਅਰਲਾਈਨਸ ਨੇ ਮਹਾਮਾਰੀ ਦੌਰਾਨ ਆਪਣੇ ਹਵਾਈ ਜਹਾਜ਼ਾਂ ਦੀ ਗਿਣਤੀ ਘਟਾ ਦਿੱਤੀ ਹੈ। ਸਭ ਤੋਂ ਪੁਰਾਣੇ ਹਵਾਈ ਜਹਾਜ਼ ਤੋਂ ਕੰਮ ਲੈਣਾ ਵੀ ਬੰਦ ਕਰ ਚੁੱਕੇ ਹੈ ਅਤੇ ਮੁੜ ਜ਼ਰੂਰਤ ਪੈਣ ਤੇ ਇਹਨਾਂ ਨੂੰ ਵਰਤਣਾ ਹੋਵੇਗਾ ਤਾਂ ਫਿਰ ਇਹਨਾਂ ਤੇ ਭਾਰੀ ਰਕਮ ਵੀ ਖਰਚ ਕਰਨੀ ਪੈਂਦੀ ਹੈ। 에ਅਰ ਕੈਨੇਡਾ ਦੇ ਮੁੱਖ ਕਾਰਜਕਾਰੀ ਅਫਸਰ ਮਾਈਕਲ ਰੂਸ ਨੇ ਪਹਿਲਾਂ ਹੀ ਆਪਣੇ ਮੁਲਾਜ਼ਮਾਂ ਨੂੰ ਸੁਚੇਤ ਕਰ ਦਿੱਤਾ ਸੀ ਕਿ ਵੀਕਐਂਡ ਬੇहद ਮੁਸ਼ਕਲ ਹੋ ਸਕਦਾ ਹੈ। ਉਹਨਾਂ ਵੱਲੋਂ ਮੁਸਾਫਰਾਂ ਨੂੰ ਈਮੇਲ ਵੀ ਭੇਜੀ ਗਈ ਸੀ ਤੇ ਫਲਾਈਟ ਵਿੱਚ ਦੇਰੀ ਜਾਂ ਫਿਰ ਫਲਾਈਟ ਰੱਦ ਹੋਣ ਲਈ ਮਾਫੀ ਵੀ ਮੰਗੀ ਗਈ ਸੀ। ਹਵਾਈ ਅੱਡਿਆਂ ਤੇ ਵੱਧ ਰਹੀ ਭੀੜ ਭੜੱਕੇ ਨੂੰ ਵੇਖਦਿਆਂ ਗ੍ਰੇਟਰ ਟੋਰਾਂਟੋ 에ਅਰਪੋਰਟਸ ਅਥਾਰਟੀ ਦੇ ਫਾਇਰ ਚੀਫ ਨੂੰ ਚੇਤਾਵਨੀ ਸੁਨੇਹਾ ਵੀ ਜਾਰੀ ਕਰਨਾ ਪਿਆ ਸੀ। ਉਹਨਾਂ ਨੇ ਕਿਹਾ ਕਿ ਟਰਮੀਨਲ 1 ਅਤੇ ਟਰਮੀਨਲ 3 ਤੋਂ ਕਈ ਮੁਸਾਫਰਾਂ ਦੀ ਗਿਣਤੀ ਇੰਨੀ ਜ਼ਿਆਦਾ ਹੋ ਗਈ ਕਿ ਸੁਰੱਖਿਆ ਉਪਾਅ ਕਾਇਮ ਰੱਖਣਾ ਸੰਭਵ ਨਾ ਹੋ ਪਾਇਆ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਜਿਹੜੇ ਵੀ ਕਦਮ ਚੱਕ ਰਹੀ ਹੈ ਉਹਨਾਂ ਦਾ ਕੀ ਫਾਇਦਾ ਨਿਕਲਦਾ ਹੈ ਅਤੇ 에ਅਰਪੋਰਟਸ ਅਤੇ ਪਾਸਪੋਰਟ ਬੈਕਲੌਗ ਵਰਗੀਆਂ ਸਮੱਸਿਆਵਾਂ ਕਦੋਂ ਤੱਕ ਹੱਲ ਹੋਣਗੀਆਂ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।